प्यारे विद्यार्थियों, आप सब ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਮਨਰਾਜਵੀਰ ਕੌਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ। ਅੱਜ ਮੈਂ ਤੁਹਾਡੇ ਸਨਮੁਖ ਹੋਈ ਹਾਂ ਪੰਜਾਬੀ ਦਾ ਇੱਕ ਬਹੁਤ ਹੀ ਵਧੀਆ ਵਿਸ਼ਾ ਲੈ ਕੇ, ਜੋ ਕਿ ਸਰਦਾਰ ਗੁਰਬਖਸ਼ ਸਿੰਘ ਦੁਆਰਾ ਲਿਖਿਆ ਹੋਇਆ ਹੈ। ਪੰਜਾਬੀ ਸਾਹਿਤਮਾਲਾ 10ਵੀਂ ਜਮਾਤ ਦੀ ਪੁਸਤਕ ਵਿੱਚ ਵਾਰਤਕ ਵਿੱਚ ਸ਼ਾਮਿਲ ਲੇਖ ਬੋਲੀ। ਬੋਲੀ ਇੱਕ ਬਹੁਤ ਹੀ ਵਧੀਆ ਲੇਖ ਹੈ। ਬੱਚਿਓ, ਤੁਹਾਨੂੰ ਸਭ ਨੂੰ ਪਤਾ ਹੀ ਹੋਏਗਾ कि गुरबख्श सिंह तो पहला पंजाबी वार्तक विच लिखे जाते सारे लेख सारे ही धार्मिक रंगत के सन। जानी कि गुरबख्श सिंह तो पहला लिखण वाले सारे वार्तक लेखक भाई वीर सिंह, प्रिंसीपल तेजा सिंह जां होर जिन्ने भी लेखक सन, वो सारे धार्मिक विषयां नूं आधार बना के लेख लिखते सन। पर गुरबख्श सिंह क्योंकि अमरीका विचों जिहड़ी उचेरी सिक्ख्या हासिल करके आए सन, इसलिए उन्होंने अपने विषयां विच समाजिक, नैतिक ਅਤੇ ਸਾਡੀ ਆਮ ਜ਼ਿੰਦਗੀ ਨਾਲ ਸੰਬੰਧਿਤ ਵਿਸ਼ਿਆਂ ਨੂੰ ਸ਼ਾਮਿਲ ਕੀਤਾ। ਬੋਲੀ ਲੇਖ ਵੀ ਇੱਕ ਅਜਿਹਾ ਹੀ ਲੇਖ ਹੈ ਜਿਸ ਵਿੱਚ ਸਾਨੂੰ ਮਿੱਠੀ ਬੋਲੀ, ਪਿਆਰ ਨਾਲ ਬੋਲਣ ਤੇ ਜ਼ੋਰ ਦਿੱਤਾ ਗਿਆ। ਆਓ ਅੱਜ ਅਸੀਂ ਸਾਰੇ ਮੂੰਹ ਮਨੁੱਖ ਦੇ ਸਰੀਰ ਦਾ ਚਿੱਤਰ ਹੈ। ਇਸ ਤੋਂ ਉਸ ਦੇ ਸਰੀਰ ਦਾ ਸੁਹੱਪਣ ਜਾਂ ਕੋਝ ਪਛਾਣਿਆ ਜਾਂਦਾ ਹੈ। ਇਵੇਂ ਹੀ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ। ਇਸ ਤੋਂ ਉਸ ਦੀ ਆਤਮਾ ਦਾ ਵਧੀਆ ਜਾਂ ਘਟੀਆ ਹੋਣਾ ਦਿਸ ਪੈਂਦਾ ਹੈ। ਅਣਬੋਲਿਆ ਮਨੁੱਖ ਇਉਂ ਹੈ ਜਿਵੇਂ ਕੋਈ ਬੂਹੇ ਬੰਦ ਮਕਾਨ, ਜਿਸ ਦੀਆਂ ਕੰਧਾਂ ਉੱਤੇ ਬਣਤਰ ਹੀ ਅਸੀਂ ਵੇਖ ਸਕਦੇ ਹਾਂ। ਬੋਲਿਆਂ ਜਿਉਂ ਕਿਸੇ ਨੇ ਬੂਹੇ ਖੋਲ੍ਹ ਕੇ ਸਾਨੂੰ ਅੰਦਰ ਝਾਤੀ ਪਵਾ ਦਿੱਤੀ ਹੈ। ਕਈ ਮਕਾਨਾਂ ਦਾ ਅੰਦਰ ਉਹਨਾਂ ਦੀ ਬਾਹਰਲੀ ਬਣਤਰ ਨਾਲੋਂ ਕਿੰਨਾ ਹੀ ਸੋਹਣਾ ਤੇ ਕਿੰਨਾ ਹੀ ਸੁੱਖ ਦੇਣ ਵਾਲਾ ਹੁੰਦਾ ਹੈ। ਕਿਸੇ ਸੋਹਜ ਭੁੱਖੇ ਸਿਆਣੇ ਨੇ ਸੋਹਣੇ ਮੂੰਹ ਵਾਲੇ ਰਾਹੀ ਨੂੰ ਵੇਖ ਕੇ ਆਖਿਆ ਸੀ, ਉਹ ਸੋਹਣਿਆ, ਬੋਲ ਖਾਂ, ਵੇਖਾਂ ਅੰਦਰੋਂ ਵੀ ਤੂੰ ਇੰਨਾ ਹੀ ਸੋਹਣਾ ਹੋਵੇਂਗਾ। ਬੋਲੀ ਤਦੇ ਹੀ ਅਸਲੀ ਅਮੀਰੀ ਦਾ ਠੀਕ ਮੇਚਾ ਮੰਨੀ ਜਾਂਦੀ ਹੈ। ਇਹ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁਣਦੀ ਹੈ। ਹਰ ਇੱਕ ਲਫ਼ਜ਼ ਕਿਸੇ ਤਜਰਬੇ ਦਾ ਹਿੱਸਾ ਅਤੇ ਹਰ ਇੱਕ ਤਜਰਬਾ ਕਿਸੇ ਅਕਲ ਦਾ ਹਿੱਸਾ ਹੁੰਦਾ ਹੈ, ਤੇ ਅਕਲ ਹੀ ਜ਼ਿੰਦਗੀ ਦਾ ਅਸਲੀ ਸੋਨਾ ਹੈ, ਜਿਹਦੀ ਲਿਸ਼ਕ ਤੋਂ ਵਿਰਵੇ ਸਡੌਲ ਨਕਸ਼ ਵੀ ਦਿਲਾਂ ਵਿੱਚ ਕੋਈ ਖਿੱਚ ਨਹੀਂ ਪਾਉਂਦੇ। ਬੋਲੀ ਦਾ ਖਜ਼ਾਨਾ ਬਚਪਨ ਦੇ ਚੁਗਿਰਦੇ ਵਿੱਚੋਂ ਹੀ ਜੁੜਨਾ ਸ਼ੁਰੂ ਹੋ ਜਾਂਦਾ ਹੈ। ਬਚਪਨ ਵਿੱਚ ਮਨ ਉੱਪਰ ਚਿੱਤਰੇ ਲਫ਼ਜ਼ ਸਾਨੂੰ ਕਦੇ ਨਹੀਂ ਭੁੱਲਦੇ ਤੇ ਸਾਡੇ ਜੀਵਨ ਵਿੱਚ ਮੋਹਰ ਵਰਗਾ ਕੰਮ ਦਿੰਦੇ ਹਨ। ਇੱਕ ਇੱਕ ਮੋਹਰ ਅਸੀਂ ਅਨੇਕਾਂ ਨਿੱਕੇ ਸਿੱਕਿਆਂ ਵਿੱਚ ਵਟਾਉਂਦੇ ਹਾਂ ਤੇ ਸਾਡੇ ਖਜ਼ਾਨੇ ਦੀਆਂ ਪੇਟੀਆਂ ਛਣਕਣ ਲੱਗ ਪੈਂਦੀਆਂ ਹਨ। ਇਸੇ ਲਈ ਜਿੱਥੇ ਸਾਡਾ ਬਚਪਨ ਬੀਤੇ ਉਹ ਥਾਂ ਮੋਹਰਾਂ ਦੀ ਖਾਣ ਹੈ। ਪਹਿਲਾਂ ਸਾਡੀ ਅਮੀਰੀ ਦਾ ਨਿਰਭਰ ਇਸ ਖਾਣ 'ਤੇ ਹੁੰਦਾ ਹੈ। ਜੇਕਰ ਸਾਡੀ ਖਾਣ ਵਿੱਚ ਮੋਹਰਾਂ ਕੱਸੀਆਂ ਹਨ, ਯਾਨੀ ਕਿ ਘੱਟ ਹਨ, ਤਾਂ ਸਾਨੂੰ ਬਹੁਤੀ ਪੁਟਾਈ ਵੀ ਮਾਲਾ ਮਾਲ ਨਹੀਂ ਕਰ ਸਕੇਗੀ। ਇਸ ਲਈ ਬੱਚਿਆਂ ਦੀ ਦੁਨੀਆ ਵਿੱਚ ਅਮੀਰੀ ਦਾ ਵਾਧਾ ਕਾਇਮ ਰੱਖਣਾ ਵੱਡਿਆਂ ਦੀ ਜ਼ਿੰਦਗੀ ਦਾ ਪਹਿਲਾ ਧਰਮ ਹੈ। ਜਿਹੜੇ ਵੱਡੇ ਬੱਚਿਆਂ ਦੀ ਦੁਨੀਆ ਦਾ ਧਿਆਨ ਨਹੀਂ ਰੱਖਦੇ, ਜੇਕਰ ਪਲਦੇ ਤੇ ਜਿੱਥੇ ਪਲਦੇ ਬੱਚਿਆਂ ਨੂੰ ਪਲੀ ਜਾਣ ਜਾਂ ਰੁਲੀ ਜਾਣ ਦਿੰਦੇ ਹਨ, ਉਹਨਾਂ ਦੀ ਆਪਣੀ ਦੁਨੀਆ ਵੀ ਦਿਨੋਂ ਦਿਨ ਕੰਗਾਲ ਹੁੰਦੀ ਜਾਂਦੀ ਹੈ। ਪਰ ਭਰਪੂਰ ਖਾਣ ਵਿੱਚੋਂ ਸਿਆਣੀ ਪੁਟਾਈ ਹੀ ਦੌਲਤ ਪੁੱਟ ਸਕਦੀ ਹੈ। ਬੱਚੇ ਦਾ ਮਤਲਬ ਇਹ ਆ ਕਿ ਜੇਕਰ ਅਸੀਂ ਬੱਚਿਆਂ ਦੀ ਜ਼ਿੰਦਗੀ ਵਿੱਚ ਬੱਚਿਆਂ ਨੂੰ ਬਚਪਨ ਵਿੱਚ ਸੋਹਣੇ ਸੋਹਣੇ ਲਫ਼ਜ਼ ਸਿਖਾਵਾਂਗੇ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਅਮੀਰੀ, ਯਾਨੀ ਕਿ ਸ਼ਬਦਾਂ ਦੀ ਅਮੀਰੀ ਹੋਰ ਵੱਧਦੀ ਜਾਏਗੀ ਤੇ ਉਹਨਾਂ ਦੀ ਦੌਲਤ ਹੋਰ ਭਰਪੂਰ ਹੁੰਦੀ ਜਾਏਗੀ। ਸੋਨੇ ਦੇ ਕਿਣਕੇ ਲੱਭ ਲੱਭ, ਪੂੰਝ ਪੂੰਝ ਆਪਣੀਆਂ ਪੇਟੀਆਂ ਵਿੱਚ ਸਾਂਭਣੇ ਜ਼ਰੂਰੀ ਹੁੰਦੇ ਹਨ। ਸੋਨੇ ਦੇ ਕਿਣਕੇ ਬੱਚੇ ਇੱਥੇ ਲਫ਼ਜ਼ਾਂ ਦੀ ਅਮੀਰੀ ਨੂੰ ਕਿਹਾ ਗਿਆ ਹੈ। ਲਫ਼ਜ਼ ਸੋਨੇ ਦੇ ਕਿਣਕਿਆਂ ਵਾਂਗ ਹਨ। ਸੋਹਣੇ ਸੋਹਣੇ ਲਫ਼ਜ਼ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੱਭ ਲੱਭ ਕੇ ਉਹਨਾਂ ਨੂੰ ਆਪਣੇ ਮਨ ਦੀਆਂ ਪੇਟੀਆਂ ਵਿੱਚ ਸਾਂਭਣਾ ਜ਼ਰੂਰੀ ਹੈ। ਜਿੰਨੀ ਬਹੁਤੀ ਸਾਡੀ ਪੁਟਾਈ ਤੇ ਜਿੰਨੀ ਬਹੁਤੀ ਸਾਡੀ ਲੱਭਤ ਹੋਏਗੀ, ਓਨੀ ਬਹੁਤੀ ਸਾਡੀ ਅਮੀਰ ਸਾਡੀ ਓਨੀ ਹੀ ਬੋਲੀ ਹੁੰਦੀ ਜਾਏਗੀ। ਤਜਰਬਾ ਸਾਡੀ ਦੌਲਤ ਹੈ ਤੇ ਇਹ ਦੌਲਤ ਬਚਪਨ ਦੇ ਸਮੇਂ ਜਿਹੜੀ ਬੋਲੀ ਦੇ ਚਿੰਨ੍ਹਾਂ ਵਿੱਚ ਸਾਂਭੀ ਗਈ ਹੈ, ਉਸੇ ਬੋਲੀ ਦੀ ਸੂਈ ਇਹਦੇ ਉੱਤੇ ਫੇਰਿਆਂ ਇੱਕ ਗ੍ਰਾਮੋਫੋਨ ਦੇ ਰਿਕਾਰਡ ਵਾਂਗ ਵੱਜਦੀ ਹੈ। ਬੋਲੀ ਨਾਲੋਂ ਵਧੇਰੇ ਧਿਆਨ ਮੰਗਣ ਵਾਲੀ ਕੋਈ ਹੋਰ
ਸਾਡੀ ਬੋਲੀ ਉਹ ਹੈ ਜੋ ਸਾਡੇ ਬਚਪਨ ਦੀ ਬੋਲੀ ਹੈ, ਸਾਡੀ ਮਾਂ ਦੀ ਬੋਲੀ ਹੈ। ਪਰ ਬੜੇ ਬੇਭਾਗ ਨੇ ਉਹ ਸ਼ਖਸ ਜਿਨ੍ਹਾਂ ਨੂੰ ਆਪਣੀ ਮਾਂ ਬੋਲੀ ਤੋਂ ਛੁੱਟ ਕੋਈ ਵੱਖਰੀ ਬੋਲੀ ਅਪਣਾਉਣੀ ਪੈਂਦੀ ਹੈ, ਕਿਉਂਕਿ ਕਿਸੇ ਵੀ ਹੋਰ ਬੋਲੀ ਨੂੰ ਸਾਡੇ ਨਿੱਕੇ ਨਿੱਕੇ ਜਜ਼ਬਾਤੀ ਹੀਰੇ ਚੱਲ ਨਹੀਂ ਸਕਦੇ। ਇਹੀ ਕਾਰਨ ਹੈ ਕਿ ਬਹੁਤ ਲੋਕ ਆਪਣਾ ਪੂਰਾ ਜੀਵਨ ਵੀ ਗਵਾ ਲੈਂਦੇ ਹਨ, ਪਰ ਆਪਣੇ ਲਫ਼ਜ਼ਾਂ ਦੇ ਨਾਲ ਆਪਣੇ ਜੀਵਨ ਦਾ ਪੂਰਾ ਮੁੱਲ ਚੁਕਾ ਨਹੀਂ ਸਕਦੇ, ਕਿਉਂਕਿ ਅਜਿਹੇ ਲੋਕ ਮਿੱਠੇ ਬੋਲ ਜਾਂ ਮਿੱਠੇ ਰਸ ਨਾਲ ਭਰਪੂਰ ਸ਼ਬਦ ਬੋਲਣ ਤੋਂ ਬਿਨਾਂ ਬੜੇ ਬੇਰਸ, ਕੌੜੇ, ਛਿੱਥੇ ਤੇ ਚੁੱਭਦੇ ਸ਼ਬਦ ਬੋਲਦੇ ਹਨ। ਉਹਨਾਂ ਦੇ ਅਜਿਹੇ ਸ਼ਬਦਾਂ ਕਰਕੇ ਉਹ ਆਪਣੇ ਸੋਨੇ ਨੂੰ ਵੀ ਮਿੱਟੀ ਵਿੱਚ ਗਵਾ ਲੈਂਦੇ ਹਨ ਤੇ ਆਪਣੇ ਜੀਵਨ ਦਾ ਮੁੱਲ ਨਹੀਂ ਚੁਕਾ ਸਕਦੇ। ਇਹੀ ਕਾਰਨ ਹੈ ਕਿ ਸਾਨੂੰ ਆਪਣੀ ਬੋਲੀ ਵੱਲ, ਆਪਣੇ ਲਫ਼ਜ਼ਾਂ ਵੱਲ ਤੇ ਸੋਹਣੇ ਸ਼ਬਦਾਂ ਦੀ ਚੁਣਾਵ ਤੇ ਉਹਨਾਂ ਦੀ ਵਰਤੋਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਸਾਰਥਕ ਕੰਮ ਕਰ ਸਕੀਏ ਤੇ ਜਿਸ ਸਹੀ ਕੰਮ ਲਈ, ਜਿਸ ਸਹੀ ਮਕਸਦ ਲਈ ਅਸੀਂ ਦੁਨੀਆ ਤੇ ਆਏ ਹਾਂ, ਆਪਣੇ ਸੋਹਣੇ ਸ਼ਬਦਾਂ ਨਾਲ ਉਸ ਸਾਰਥਕਤਾ ਨੂੰ ਸੰਪੂਰਨ ਕਰ ਸਕੀਏ। ਬੋਲੀ ਤੋਂ ਹੀ ਅਸੀਂ ਮਨੁੱਖ ਦੀ ਅਮੀਰੀ ਦਾ ਮੇਚਾ ਲਾ ਸਕਦੇ ਹਾਂ। ਅੰਨੇ ਆਮ ਤੌਰ ਤੇ ਬਹੁਤ ਹੀ ਸਿਆਣੇ ਤੇ ਦਿਲਚਸਪ ਹੁੰਦੇ ਹਨ, ਪਰ ਗੂੰਗਾ ਕੋਈ ਵਿਰਲਾ ਹੀ ਦਿਲਚਸਪੀ ਜਗਾਉਂਦਾ ਹੈ, ਕਿਉਂਕਿ ਬੋਲੀ ਤੋਂ ਹੀ ਮਨੁੱਖ ਦੀ ਅਮੀਰੀ ਦਾ ਪਤਾ ਲੱਗਦਾ ਹੈ। ਬੋਲਣ ਤੋਂ ਹੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਮਨੁੱਖ ਨੇ ਬੋਲ ਕੇ ਕੀ ਕੁਝ ਅਪਣਾਇਆ ਹੈ। ਜੇਕਰ ਉਸ ਦੇ ਅੰਦਰ ਬਹੁਤ ਕੁਝ ਚੰਗਾ ਭਰਿਆ ਪਿਆ ਹੈ ਤਾਂ ਉਸ ਦੀ ਬੋਲੀ ਫੁੱਲਾਂ ਫਲਾਂ ਲੱਦੇ ਮਹਿਕਦੇ ਆਏ ਬਾਗ ਵਿੱਚੋਂ ਸੋਹਣੇ ਫੁੱਲਾਂ ਵਰਗੀ ਖੁਸ਼ਬੂਦਾਰ ਹੁੰਦੀ ਹੈ, ਤੇ ਜਿਸ ਦੀ ਬੋਲੀ, ਜਿਸ ਦੇ ਅੰਦਰ ਕੁੜੱਤਣ ਭਰੀ ਪਈ ਹੈ, ਉਸ ਦੀ ਬੋਲੀ ਰੜੇ ਰੇਗਿਸਤਾਨਾਂ ਵਿੱਚੋਂ ਰੁੱਖੀ ਤਪਦੀ ਆਈ ਪੌਣ ਵਰਗੀ ਹੁੰਦੀ ਹੈ। ਇਸ ਕਰਕੇ ਮਨੁੱਖ ਦੀ ਬੋਲੀ ਤੋਂ ਉਸ ਦੇ ਅਮੀਰ ਜਾਂ ਗਰੀਬ ਪਿਆਰੇ ਦਾ ਅੰਦਾਜ਼ਾ ਵਿਦਿਆਰਥੀਓ, ਸਹਿਜੇ ਹੀ ਅੱਜ ਲਗਾਇਆ ਅਸੀਂ ਜਾ ਬੋਲੀ ਸਕਦਾ ਹੈ। ਲੈਸਨ ਪੜ੍ਹਿਆ। ਗੁਰਬਖਸ਼ ਸਿੰਘ ਦੇ ਪੜ੍ਹੇ ਇਸ ਲੇਖ ਦੇ ਜਦੋਂ ਤੁਸੀਂ ਸਾਰ ਕਰੋਗੇ, ਸਾਰ ਕਰਨ ਲਈ ਤੁਹਾਨੂੰ ਜਿਹੜੇ ਮੁੱਖ 5 ਨੁਕਤੇ ਚਾਹੀਦੇ ਨੇ, ਉਹ 5 ਨੁਕਤੇ ਨੇ। ਬੋਲੀ ਮਨੁੱਖ ਦੀ ਅਮੀਰੀ ਦਾ ਮੇਚ, ਵੱਡਿਆਂ ਦਾ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਯੋਗਦਾਨ, ਤਜਰਬਾ ਲਫ਼ਜ਼ਾਂ ਦੀ ਦੌਲਤ ਦਾ ਖਜ਼ਾਨਾ, ਮਾਂ ਬੋਲੀ ਹੀ ਸਾਡੀ ਅਸਲੀ ਬੋਲੀ, ਬਚਪਨ ਦਾ ਸਮਾਂ ਕੀਮਤੀ ਸਮਾਂ ਤੇ ਸਾਂਭਣ ਦਾ ਸਮਾਂ। ਇਹਨਾਂ 5 ਨੁਕਤਿਆਂ ਨੂੰ ਯਾਦ ਕਰਕੇ ਤੁਸੀਂ ਇਸ ਸਾਰੇ ਸਾਰ ਨੂੰ ਬੜੇ ਵਧੀਆ ਤਰੀਕੇ ਨਾਲ, ਤਰਤੀਬ ਨਾਲ ਆਪਣੇ ਪੇਪਰ ਵਿੱਚ ਹੱਲ ਕਰ ਸਕਦੇ ਹੋ। ਇਹਨਾਂ 5 ਨੁਕਤਿਆਂ ਦੇ ਬੇਸ ਤੇ ਹੀ ਤੁਸੀਂ ਆਪਣਾ ਸਾਰ ਵੀ ਤਿਆਰ ਕਰ ਸਕਦੇ ਹੋ, ਤੇ ਇਹਨਾਂ 5 ਨੁਕਤਿਆਂ ਨੂੰ ਯਾਦ ਕਰਨ ਤੋਂ ਬਾਅਦ ਹੀ ਤੁਹਾਡੇ ਇਸ ਲੈਸਨ ਦੇ ਸਾਰੇ ਪ੍ਰਸ਼ਨ ਉੱਤਰ ਵੀ ਆਸਾਨੀ ਨਾਲ ਹੱਲ ਹੋ ਜਾਣਗੇ। ਧੰਨਵਾਦ। ਪਿਆਰੇ ਵਿਦਿਆਰਥੀਓ, ਅੰਤ ਵਿੱਚ ਬੋਲੀ ਬਾਰੇ ਇਹੋ ਹੀ ਕਹਿਣਾ ਚਾਹਾਂਗੀ ਕਿ ਕੋਈ ਵੀ ਆਪਣੀ ਬੋਲੀ ਬਾਰੇ ਅਣਗਹਿਲੀ ਨਾ ਕਰੇ, ਨਾ ਹੀ ਕੋਈ ਆਪਣੀ ਮਾਂ ਬੋਲੀ ਬਾਰੇ ਮਸਖਰੀ ਜਾਂ ਮਖੌਲ ਸਹਾਰੇ, ਕਿਉਂਕਿ ਮਾਂ ਬੋਲੀ ਬਹੁਤ ਹੀ ਮਹਿੰਗੀ ਤੇ ਪਿਆਰੀ ਵਿਰਾਸਤ ਹੈ। ਇਹ ਇੱਕ ਮਾਂ ਬੋਲੀ ਇੱਕ ਦੌਲਤ ਹੈ, ਦੌਲਤ ਦੀ ਨਿਸ਼ਾਨੀ ਹੈ, ਜੋ ਸਾਨੂੰ ਸਾਡੇ ਮਾਪਿਆਂ ਕੋਲੋਂ, ਸਾਡੇ ਵੱਡਿਆਂ ਵਡੇਰਿਆਂ ਕੋਲੋਂ ਮਿਲੀ ਹੈ। ਅਤੇ ਸਾਨੂੰ ਸਭ ਨੂੰ ਇਹੋ ਹੀ ਚਾਹੀਦਾ ਹੈ ਕਿ ਅਸੀਂ ਆਪਣੇ ਉਸਤਾਦਾਂ ਕੋਲੋਂ, ਰਾਹ ਜਾਂਦੇ ਰਾਹੀਆਂ ਕੋਲੋਂ, ਵਣਜਾਰਿਆਂ ਕੋਲੋਂ, ਘਰ ਆਏ ਮਹਿਮਾਨਾਂ ਕੋਲੋਂ ਲਫ਼ਜ਼ਾਂ ਦੀਆਂ ਦੌਲਤਾਂ ਇਕੱਠੀਆਂ ਕਰੀਏ, ਇਹਨਾਂ ਮੋਹਰਾਂ ਨੂੰ ਇਕੱਠੀਆਂ ਕਰੀਏ, ਤਾਂ ਕਿ ਸਾਡਾ ਸ਼ਬਦ ਭੰਡਾਰ ਹੋਰ ਵਿਸ਼ਾਲ ਹੋ ਸਕੇ ਤੇ ਇਸ ਸੋਹਣੇ ਸ਼ਬਦ ਭੰਡਾਰ ਵਿੱਚੋਂ ਨਿਕਲੇ ਵੱਖਰੇ ਵੱਖਰੇ ਬੋਲ ਅਸੀਂ ਬੜੇ ਪਿਆਰ ਨਾਲ ਬੋਲੀਏ, ਵਿਚਰੀਏ ਤੇ ਸਾਡੀ ਪਿਆਰ ਨਾਲ ਭਰੀ ਪਿਆਰੀ ਬੋਲੀ ਤੋਂ ਹੀ ਸਾਡੇ ਅਮੀਰ ਹੋਣ ਦਾ, ਯਾਨੀ ਕਿ ਸਾਡੀ ਸ਼ਖਸੀਅਤ ਦੀ ਅਮੀਰੀ ਦਾ, ਸਾਡੇ ਗਿਆਨ ਦਾ, ਸਾਡੀ ਵਿਦਵਤਾ ਦਾ ਅੰਦਾਜ਼ਾ ਲੱਗੇ।